ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਬੇਟਾ ਅੱਜ ਅਸੀਂ ਕਿੱਸਾ ਕਾਵਿ ਦੇ ਵਿੱਚੋਂ ਪੀਲੂ ਦੀ ਰਚਿਤ ਰਚਨਾ ਮਿਰਜ਼ਾ ਸਾਹਿਬਾ ਦੀ ਪ੍ਰਸੰਗ ਵਿਆਖਿਆ ਪੜਾਂਗੇ ਤੇ ਸਮਝਾਂਗੇ। ਇਸ ਕਿੱਸੇ ਦੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ। ਇਸ ਕਿੱਸੇ ਦੇ ਵਿੱਚ ਕਵੀ ਨੇ ਸਾਹਿਬਾ ਦੇ ਜਨਮ ਤੇ ਜਵਾਨੀ ਦਾ ਵੀ ਜ਼ਿਕਰ ਕੀਤਾ ਹੈ। ਸੋ ਪੀਲੂ ਲਿਖਦੇ ਹਨ, ਕਰ ਖੀਵੇ ਦੇ ਸਾਹਿਬਾ ਜੰਮੀ ਮੰਗਲਵਾਰ, ਡੂਮ ਸੋਹਲੇ ਗਾਵਦੇ ਖਾਨ ਖੀਵੇ ਦੇ ਬਾਰ, ਰੱਜ ਦਵਾਈ ਦਿੱਤੀਆਂ ਸੁਹਾਨੇ ਪਰਿਵਾਰ, ਰਲ ਤਦਬੀਰਾਂ ਬਣਦੀਆਂ ਸ਼ੈਲ ਹੋਈ ਮੁਟਿਆਰ। ਕਵੀ ਪੀਲੂ ਲਿਖਦਾ ਹੈ ਕਿ ਮਿਰਜ਼ਾ ਸਾਹਿਬਾ ਦੀ ਰਚਨਾ ਦੇ ਵਿੱਚ ਕਿ ਸਾਹਿਬਾ ਦਾ ਜਿਹੜਾ ਜਨਮ ਹੈ ਉਹ ਖੀਵੇ ਖਾਨ ਦੇ ਘਰ ਮੰਗਲਵਾਰ ਨੂੰ ਹੋਇਆ। ਭਾਵ ਕਿ ਸਾਹਿਬਾ ਦਾ ਜਨਮ ਮੰਗਲਵਾਰ ਨੂੰ ਖਾਨ ਖੀਵੇ ਦੇ ਘਰ ਹੋਇਆ। ਡੂਮ ਸੋਹਲੇ ਗਾਵਦੇ ਖਾਨ ਖੀਵੇ ਦੇ ਬਾਰ, ਡੂਮ ਮੀਨਸ ਜਿਹੜੇ ਮਰਾਸੀ ਨੇ ਉਹ ਖਾਨ ਖੀਵੇ ਦੇ ਬਾਰ ਭਾਵ ਕਿ ਦਰਵਾਜ਼ੇ ਦੇ ਅੱਗੇ ਸੋਹਲੇ ਗਾ ਰਹੇ ਨੇ। ਰੱਜ ਦਵਾਈਆਂ ਦਿੱਤੀਆਂ ਸੁਹਾਨੇ ਪਰਿਵਾਰ, ਤੇ ਉਹਨਾਂ ਡੂਮਾਂ ਨੇ ਭਾਵ ਕਿ ਮਰਾਸੀਆਂ ਨੇ ਉਹਨਾਂ ਨੂੰ ਰੱਜ ਰੱਜ ਕੇ ਦੁਆਵਾਂ ਦਿੱਤੀਆਂ, ਵਧਾਈਆਂ ਦਿੱਤੀਆਂ। ਸੁਹਾਨੇ ਪਰਿਵਾਰ ਕਿ ਉਹ ਪਰਿਵਾਰ ਵਧੇ ਫੁੱਲੇ, ਸੁਹਾਨੇ ਮੀਨਸ ਵਧੇ ਫੁੱਲੇ ਪਰਿਵਾਰ ਨੂੰ ਰੱਜ ਰੱਜ ਕੇ ਦੁਆਵਾਂ ਦਿੱਤੀਆਂ, ਵਧਾਈਆਂ ਦਿੱਤੀਆਂ। ਰਲ ਤਦਬੀਰਾਂ ਬਣਦੀਆਂ ਸ਼ੈਲ ਹੋਈ ਮੁਟਿਆਰ, ਜਦੋਂ ਸਾਹਿਬਾ ਮੁਟਿਆਰ ਹੋ ਗਈ ਤਾਂ ਉਸਦੇ ਸਾਰੇ ਪਰਿਵਾਰ ਦੇ ਜਿਹੜੇ ਵਿਅਕਤੀ ਨੇ ਬੰਦੇ ਮਿਲ ਕੇ ਉਸਦਾ ਰਿਸ਼ਤਾ ਕਰਨ ਦੇ ਲਈ ਸਲਾਹਾਂ ਦੇਣ ਲੱਗ ਪਏ। ਸਾਹਿਬਾ ਨਾਲ ਸਹੇਲੀਆਂ ਕੂੜੀ ਰਿਆਕਾਰ, ਘਰ ਬਿੰਜਲ ਦੇ ਮਿਰਜ਼ਾ ਜੰਮਿਆ ਕਰੜੇ ਵਾਰ। ਉਸ ਤੋਂ ਬਾਅਦ ਜਿਹੜੀ ਸਾਹਿਬਾ ਸੀ ਉਹ ਆਪਣੀਆਂ ਸਹੇਲੀਆਂ ਦੇ ਨਾਲ ਰਲ ਮਿਲ ਕੇ ਕੂੜੀ ਰਿਆਕਾਰ, ਕੂੜੀ ਮੀਨਸ ਝੂਠੀ, ਰਿਆਕਾਰ ਮੀਨਸ ਧੋਖੇਬਾਜ਼, ਮਕਾਰ, ਇਹੋ ਜਿਹੀਆਂ ਹਰਕਤਾਂ ਕਰਦੀ ਭਾਵ ਕਿ ਉਸ ਦੇ ਨਾਲ ਮਕਾਰੀ ਕਰਦੀ, ਧੋਖੇਬਾਜ਼ੀ ਕਰਦੀ। ਤੇ ਬਿੰਜਲ ਦੇ ਘਰ ਮਿਰਜ਼ਾ ਦਾ ਜਨਮ ਹੋਇਆ। ਕਰੜੇ ਵਾਰ ਭਾਵ ਕਿ ਜੱਟ ਦੇ ਘਰ ਕੜਿਆਣਾ ਵਾਰ ਜੋ ਕਿ ਪਾਕਿਸਤਾਨ ਦੇ ਵਿੱਚ ਹੈ, ਮਿਰਜ਼ੇ ਦਾ ਜਨਮ ਬਿੰਜਲ ਦੇ ਘਰ ਹੋਇਆ। ਜਨਮ ਦਿੱਤੋ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ, ਮਿਰਜ਼ੇ ਨੂੰ ਉਸਦੇ ਮਾਂ ਬਾਪ ਨੇ ਤਾਂ ਜਨਮ ਦਿੱਤਾ ਪਰ ਜਿਹੜਾ ਰੂਪ ਦਿੱਤਾ ਉਹ ਪਰਮਾਤਮਾ ਨੇ ਦਿੱਤਾ, ਕਰਤਾਰ ਨੇ ਦਿੱਤਾ। ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਦਾਰ, ਜਿਹੜਾ ਮਿਰਜ਼ਾ ਸੀ ਉਹ ਬਹੁਤ ਹੀ ਬਹਾਦਰ ਸੀ, ਸੂਰਮਾ ਸੀ ਤੇ ਉਹ ਸਾਰੇ ਸਰਦਾਰਾਂ ਦਾ ਸਰਦਾਰ ਸੀ, ਭਾਵ ਕਿ ਜਿਹੜੀ ਖਰਲ ਜਾਤੀ ਦੇ ਜੱਟਾਂ ਦਾ ਉਹ ਸਰਦਾਰ ਸੀ। ਸਾਹਿਬਾ ਪੜੇ ਪੱਟੀਆਂ ਮਿਰਜ਼ਾ ਪੜੇ ਕੁਰਾਨ, ਵਿੱਚ ਮਸੀਤ ਦੇ ਲੱਗੀਆਂ ਜਾਣੇ ਕੁੱਲ ਜਹਾਨ। ਇਹਨਾਂ ਸਤਰਾਂ ਦੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾ ਦੀ ਮਸੀਤ ਦੇ ਵਿੱਚ ਪੜ੍ਹਦੇ ਪਏ ਪਿਆਰ ਅਤੇ ਸਾਹਿਬਾ ਦੀ ਬੇਸੁੱਧ ਕਰ ਦੇਣ ਵਾਲੀ ਸੁੰਦਰਤਾ ਨੂੰ ਬਿਆਨ ਕੀਤਾ ਹੈ। ਕਵੀ ਲਿਖਦਾ ਹੈ ਕਿ ਸਾਹਿਬਾ ਮਸੀਤ ਵਿੱਚ ਕਾਜੀ ਦੇ ਕੋਲੇ ਫੱਟੀ ਉੱਪਰ ਲਿਖਣਾ ਸਿੱਖਦੀ ਸੀ। ਮਿਰਜ਼ਾ ਪੜੇ ਕੁਰਾਨ, ਤੇ ਜਿਹੜਾ ਮਿਰਜ਼ਾ ਸੀ ਉਹ ਕੁਰਾਨ ਸ਼ਰੀਫ ਪੜ੍ਹਨ ਜੋਗਾ ਹੋ ਗਿਆ ਸੀ। ਇਹ ਵਿੱਚ ਮਸੀਤ ਦੇ ਲੱਗੀਆਂ ਜਾਣੇ ਕੁੱਲ ਜਹਾਨ, ਇੱਥੇ ਮਸੀਤ ਵਿੱਚ ਪੜ੍ਹਦਿਆਂ ਹੀ ਦੋਹਾਂ ਦਾ ਪਿਆਰ ਪੈ ਗਿਆ, ਜਿਸ ਕਰਕੇ ਸਾਰੀ ਦੁਨੀਆ ਨੂੰ ਲੋਕਾਂ ਨੂੰ ਉਸ ਦੀ ਧੁੰਮ ਪੈਦਾ ਹੋ ਗਈ, ਭਾਵ ਕਿ ਉਸ ਦੀ ਜਾਣਕਾਰੀ ਪੈਦਾ ਹੋ ਗਈ। ਨਾ ਮਾਰ ਕਾਜੀ ਸ਼ਮਕਾ, ਨਾ ਦੇ ਤੱਤੀ ਨੂੰ ਤਾਏ, ਪੜ੍ਹਨਾ ਸਾਡਾ ਰਹਿ ਗਿਆ ਲੈ ਆਏ ਇਸ਼ਕ ਲਿਖਾਏ। ਉਸ ਤੋਂ ਬਾਅਦ ਜਦੋਂ ਕਾਜੀ ਸਾਹਿਬਾ ਨੂੰ ਪੜ੍ਹਨ ਲਿਖਣ ਵੱਲ ਧਿਆਨ ਨਾ ਦਿੰਦੀ ਦੇਖ ਕੇ ਸ਼ਮਕਾ ਮਾਰਦਾ ਸੀ ਤਾਂ ਉਹ ਅੱਗੋਂ ਤਰਲੇ ਕਰਦੀ ਹੋਈ ਕਹਿੰਦੀ ਸੀ ਕਿ ਉਹ ਉਸ ਨੂੰ ਨਾ ਮਾਰੇ, ਉਸ ਨੂੰ ਸ਼ਮਕਾ ਨਾ ਮਾਰੇ। ਇਸ ਪ੍ਰਕਾਰ ਉਸ ਦੀ ਪਹਿਲਾਂ ਹੀ ਇਸ਼ਕ ਹੱਥੋਂ ਦੁਖੀ ਨੂੰ ਹੋਰ ਦੁੱਖ ਨਾ ਦੇਵੇ। ਉਹ ਕਹਿੰਦੀ ਹੈ ਕਿ ਹੁਣ ਉਹਨਾਂ ਦੀ ਪੜ੍ਹਾਈ ਲਿਖਾਈ ਜਿਹੜੀ ਆ ਉਹ ਰਹਿ ਗਈ ਹੈ, ਛੁੱਟ ਗਈ ਹੈ ਉਹਨਾਂ, ਇਸ ਕਰਕੇ ਉਹ ਕਹਿੰਦੀ ਹੈ ਕਿ ਉਹਨਾਂ ਦੀ ਪੜ੍ਹਾਈ ਲਿਖਾਈ ਛੁੱਟ ਗਈ ਹੈ ਕਿਉਂਕਿ ਉਹਨਾਂ ਦੋਹਾਂ ਦੇ ਸਿਰ ਉੱਪਰ ਇਸ਼ਕ ਦਾ ਭੂਤ ਸਵਾਰ ਹੋ ਗਿਆ ਹੈ। ਸਾਹਿਬਾ ਗਈ ਤੇਲ ਨੂੰ, ਗਈ ਪੰਸਾਰੀ ਦੀ ਹੱਟ, ਫੜ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ, ਤੇਲ ਭੁਲਾਵੇ ਭੁੱਲਾ ਬਾਣੀਆਂ, ਦਿੱਤਾ ਸ਼ਹਿਦ ਉਲਟ, ਵਣਜ ਗਵਾ ਲਏ ਬਾਣੀਆਂ, ਬਲਦ ਗਵਾ ਲਏ ਜੱਟ, 300 ਨਾਗਾ ਪਿੜ ਰਹਿਆ ਹੋ ਗਏ ਚੌੜ ਚਪੱਟ। ਮਿਰਜ਼ਾ ਸਾਹਿਬਾ ਦੀ ਦੋਸਤੀ ਰਹੂ ਵਿੱਚ ਜਗਤ। ਇਹਨਾਂ ਸਤਰਾਂ ਦੇ ਵਿੱਚ
ਕਵੀ ਨੇ ਮਿਰਜ਼ਾ ਸਾਹਿਬਾ ਦੀ ਸੁੰਦਰਤਾ ਨੂੰ ਬਿਆਨ ਕਰਦੇ ਹੋਏ ਇਹ ਲਾਈਨਾਂ ਲਿਖੀਆਂ ਹਨ। ਸਾਹਿਬਾ ਜਦੋਂ ਤੇਲ ਲੈਣ ਗਈ ਪੰਸਾਰੀ ਦੀ ਹੱਟ 'ਤੇ, ਭਾਵ ਕਿ ਹੱਟੀ 'ਤੇ ਦੁਕਾਨ 'ਤੇ ਜਦੋਂ ਸਾਹਿਬਾ ਤੇਲ ਲੈਣ ਲਈ ਪੰਸਾਰੀ ਦੀ ਹੱਟੀ 'ਤੇ ਗਈ ਤਾਂ ਉਸ ਦੀ ਅਦਭੁਤ ਸੁੰਦਰਤਾ ਨੂੰ ਦੇਖ ਕੇ ਜਿਹੜੇ ਪੰਸਾਰੀ ਦੇ ਹੋਸ਼ ਉੱਡ ਗਏ। ਉਸ ਨੇ ਫੜ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ। ਉਸਨੂੰ ਤੇਲ ਤੋਲਣ ਲਈ ਤੱਕੜੀ ਫੜਨੀ ਤੇ ਵੱਟਾ ਪਾਉਣਾ ਉਹ ਭੁੱਲ ਗਿਆ। ਨਾ ਉਸ ਤੋਂ ਤੱਕੜੀ ਫੜੀ ਗਈ, ਨਾ ਉਹ ਵੱਟਾ ਰੱਖ ਸਕਿਆ, ਭਾਵ ਕਿ ਉਸਨੂੰ ਤੱਕੜੀ ਫੜਨਾ ਵੀ ਭੁੱਲ ਗਿਆ ਤੇ ਉਸਨੂੰ ਵੱਟਾ ਰੱਖਣਾ ਵੀ ਭੁੱਲ ਗਿਆ। ਤੇਲ ਭੁਲਾਵੇ ਭੁੱਲਾ ਬਾਣੀਆਂ, ਦਿੱਤਾ ਸ਼ਹਿਦ ਉਲਟਾ। ਜਦੋਂ ਉਸਨੇ ਸਾਹਿਬਾ ਨੇ ਤੇਲ ਮੰਗਿਆ ਤਾਂ ਬਾਣੀਏ ਨੇ ਤੇਲ ਦੀ ਥਾਂ 'ਤੇ ਸ਼ਹਿਦ ਉਲਟਾ ਦਿੱਤਾ। ਭੁਲੇਖੇ ਦੇ ਨਾਲ ਉਸਦੀ ਸੁੰਦਰਤਾ ਨੂੰ ਦੇਖ ਕੇ ਬਾਣੀਏ ਨੇ ਤੇਲ ਦੀ ਥਾਂ 'ਤੇ ਸ਼ਹਿਦ ਉਲਟਾ ਕੇ ਉਸਦੇ ਭਾਂਡੇ ਦੇ ਵਿੱਚ ਪਾ ਦਿੱਤਾ। ਵਣਜ ਗਵਾ ਲਏ ਬਾਣੀਆਂ, ਬਲਦ ਗਵਾ ਲਏ ਜੱਟ। ਵਣਜ ਮੀਨਸ ਵਪਾਰ ਕਰਨ ਗਏ ਜਿਹੜੇ ਬਾਣੀਏ ਸੀਗੇ, ਉਹਨਾਂ ਨੇ ਆਪਣੇ ਬਲਦ ਗਵਾ ਲਏ। 300 ਨਾਗਾ ਪਿੜ ਰਿਹਾ, ਹੋ ਗਏ ਚੌੜ ਚਪੱਟ, ਭਾਵ ਕਿ ਜਿਹੜੇ ਨਾਗੇ ਸੰਤ ਨੇ ਜੋ ਕਿ ਜਤੀ ਸਤੀ ਕਹਾਉਣ ਵਾਲੇ, ਭਾਵ ਕਿ ਜੋ ਸਮਾਜਿਕ ਸੰਸਾਰਿਕ ਪਦਾਰਥਾਂ ਤੋਂ ਦੂਰ ਰਹਿੰਦੇ ਨੇ, ਉਹ ਵੀ ਉਸਦੀ ਸੁੰਦਰਤਾ ਨੂੰ ਦੇਖ ਕੇ ਉੱਥੇ ਹੀ ਖੜੇ ਖਲੋਤੇ ਰਹਿ ਗਏ। ਉਹਨਾਂ ਦੀ ਬ੍ਰਹਮਚਾਰੀ ਜਿਹੜੀ ਆ ਉਹ ਧਰਮ ਡੋਲ ਗਿਆ। ਮਿਰਜ਼ਾ ਸਾਹਿਬਾ ਦੀ ਦੋਸਤੀ ਰਹੂ ਵਿੱਚ ਜਗਤ। ਮਿਰਜ਼ਾ ਤੇ ਸਾਹਿਬਾ ਦੀ ਜਿਹੜੀ ਖੂਬਸੂਰਤੀ ਦੋਸਤੀ ਆ ਉਹ ਦੁਨੀਆ ਦੇ ਵਿੱਚ ਸਦਾ ਕਾਇਮ ਰਹੇਗੀ। ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ, ਗੱਜ ਗੱਜ ਲੰਮੀਆਂ ਮੇਢੀਆਂ, ਰੰਗ ਜੋ ਗੋਰੇ ਸੀ। ਜੇ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ। ਜੇ ਮਾਰੇ ਬਰਸ਼ੀ ਕੱਸ ਕੇ, ਮਿਰਜ਼ਾ ਕਦੀ ਨਾ ਕਰਦਾ ਸੀ। ਆਪਣੀ ਮੌਤ ਮੈਂ ਮਰਾਂ, ਮੇਰੇ ਨਾਲ ਤੁਹਾਨੂੰ ਕੀ। ਹੁਣ ਉਸਦੀ ਸੁੰਦਰਤਾ ਨੂੰ ਦੇਖ ਕੇ ਜਿਹੜਾ ਮਿਰਜ਼ਾ ਹੈ ਉਹ ਕੀ ਕਹਿੰਦਾ ਹੈ ਕਿ ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ। ਉਸ ਖਾਨ ਖੀਵੇ ਭਾਵ ਕਿ ਸਾਹਿਬਾ ਜਿਹੜੀ ਆ ਉਹ ਉਸਦਾ ਕਲੇਜਾ ਕੱਢ ਕੇ ਲੈ ਗਈ। ਉਸਦੀਆਂ ਲੰਮੀਆਂ ਲੰਮੀਆਂ ਤੇ ਗੱਜ ਗੱਜ ਜਿਹੜੀਆਂ ਮਿੱਡੀਆਂ ਨੇ, ਉਸਦੀ ਸੁੰਦਰਤਾ ਨੂੰ ਦੇਖ ਕੇ ਮਿਰਜ਼ਾ ਜਿਹੜਾ ਹੈ ਉਹ ਡੋਲ ਜਾਂਦਾ ਹੈ। ਤੇ ਉਸਦਾ ਜਿਹੜਾ ਰੰਗ ਗੋਰਾ ਸੀ, ਜੇ ਦੇਵੇ ਪਿਆਲਾ ਜ਼ਹਿਰ ਦਾ, ਉਸਦਾ ਰੰਗ ਗੋਰਾ ਸੀ। ਜੇ ਉਹ ਜ਼ਹਿਰ ਦਾ ਪਿਆਲਾ ਵੀ ਦੇ ਦੇਵੇ ਤਾਂ ਮਿਰਜ਼ਾ ਕੀ ਕਹਿੰਦਾ ਕਿ ਮੈਂ ਉਸਨੂੰ ਖੁਸ਼ੀ ਖੁਸ਼ੀ ਪੀ ਲੈਂਦਾ। ਜੇ ਉਹ ਮੇਰੇ ਬਰਸ਼ੀ ਵੀ ਕੱਸ ਕੇ ਮਾਰਦੀ ਤਾਂ ਮੈਂ ਉਹ ਵੀ ਸਹਿਣ ਕਰ ਲੈਂਦਾ, ਮੈਂ ਕਦੇ ਵੀ ਸੀ ਨਾ ਕਰਦਾ। ਮਿਰਜ਼ਾ ਕਹਿੰਦਾ ਹੈ ਕਿ ਮੈਂ ਆਪਣੀ ਮੌਤ ਆਪ ਮਰ ਰਿਹਾ ਹਾਂ, ਭਾਵ ਕਿ ਤੁਹਾਨੂੰ ਇਸ ਸੰਸਾਰ ਨੂੰ, ਇਸ ਜਗਤ ਨੂੰ ਕੀ ਹੈ, ਭਾਵ ਕਿ ਤੁਹਾਨੂੰ ਇਸ ਬਾਰੇ ਕੋਈ ਦੁੱਖ ਮਹਿਸੂਸ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਮੈਂ ਆਪਣੀ ਮੌਤ ਆਪ ਮਰ ਰਿਹਾ ਹਾਂ। ਇਸ ਕਰਕੇ ਕਿਸੇ ਨੂੰ ਇਸ ਦੇ ਵਿੱਚ ਕੀ ਕਹਿਣ ਦੀ, ਕਿਉਂ ਕਹਿਣ ਦੀ ਕੋਈ ਲੋੜ ਨਹੀਂ। ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਮਤ ਦਿੰਦੀ ਖਲੀ, ਸੱਪਾਂ ਸ਼ੇਰਾਂ ਦੀ ਦੋਸਤੀ ਨਾ ਕਰ ਭਾਈ ਅੜੀ। ਤਪ ਕੜਾਹੀ ਤੇਲ ਦੀ, ਸਿਰ ਪਰ ਲਾਟ ਜਲੀ। ਮੂਸਾ ਭੱਜਿਆ ਮੌਤ ਤੋਂ ਤੇ ਉਹ ਦੇ ਅੱਗੇ ਮੌਤ ਖਲੀ। ਹੁਣ ਉਸ ਤੋਂ ਬਾਅਦ ਜਦੋਂ ਮਿਰਜ਼ਾ ਸਾਹਿਬਾ ਨੂੰ ਭਜਾ ਕੇ ਲੈ ਆਉਣ ਲਈ ਤਿਆਰ ਹੋ ਗਿਆ ਤਾਂ ਉਸਦੀ ਜਿਹੜੀ ਮਾਂ ਹੈ ਉਹ ਉਸ ਨੂੰ ਵਾਸਤੇ ਪਾਉਂਦੀ ਹੈ, ਮਿੰਨਤਾਂ ਕਰਦੀ ਹੈ ਤੇ ਉਸਦੇ ਅੱਗੇ ਆ ਕੇ ਖੜੀ ਹੋ ਜਾਂਦੀ ਹੈ ਤੇ ਉਸ ਨੂੰ ਮੱਤ ਦਿੰਦੀ ਹੈ ਕਿ ਹੇ ਪੁੱਤਰ, ਸੱਪਾਂ ਤੇ ਸ਼ੇਰਾਂ ਦੀ ਜਿਹੜੀ ਦੋਸਤੀ ਆ ਉਹ ਕਦੇ ਨਹੀਂ ਨਿਭਦੀ, ਇਸ ਕਰਕੇ ਤੂੰ ਇਸ ਕੁੜੀ ਲਈ ਅੜੀ ਨਾ ਕਰ। ਇਸ਼ਕ ਪਕਾਉਣਾ ਤਾਂ ਤਪੀ ਹੋਈ ਤੇਲ ਦੀ ਕੜਾਹੀ ਵਿੱਚ ਪੈਨ ਜਾਂ ਸਿਰ ਉੱਪਰ ਬਲਦੀ ਅੱਗ ਧਰਨ ਦੇ ਬਰਾਬਰ ਹੈ। ਜਿਵੇਂ ਕਿ ਮੂਸਾ ਮੀਨਸ ਚੂਹਾ ਜਿਹੜਾ ਵਾ ਬਿੱਲੀ ਨੂੰ ਦੇਖ ਕੇ ਮੌਤ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਪਰ ਉਹ ਅੱਗੇ ਪਿੰਜਰੇ ਵਿੱਚ ਫਸ ਹੀ ਜਾਂਦਾ ਹੈ, ਭਾਵ ਮੌਤ ਦੇ ਮੂੰਹ ਦੇ ਵਿੱਚ ਤੋਂ ਬਚ ਨਹੀਂ ਸਕਦਾ। ਉਸੇ ਤਰ੍ਹਾਂ ਸ਼ੇਰਾਂ ਤੇ ਸੱਪਾਂ ਦੀ ਦੋਸਤੀ ਦੇ ਵਿੱਚ ਕੋਈ ਵੀ ਬਚਦਾ ਨਹੀਂ। ਪਰਬਤ ਵੜਦਿਆਂ ਟੱਕਰੇ, ਲੰਘਣ ਕਿਹੜੀ ਗਲੀ। ਰੋਂਦੀ ਬੀਬੀ ਫਾਤਮਾ ਕਰਕੇ ਬਾਂਹ ਖਲੀ। ਮੈਂ ਕੀ ਰੱਬਾ ਤੇਰਾ ਫੇੜਿਆ, ਮੇਰੀ ਜੋੜੀ ਖਾਕ ਰਲੀ। ਅੱਜ ਦਾ ਵਾਰ ਬਚਾ ਲੈ, ਭਲਕੇ ਸਿਆਲੀ ਨਾ ਵੜੀ। ਇਹ ਗੱਲਾਂ ਕਹਿੰਦੀ ਹੋਈ ਮਿਰਜ਼ੇ ਦੀ ਮਾਂ ਇਸ ਤਰ੍ਹਾਂ ਰੋ ਰਹੀ ਹੈ ਕਿ ਜਿਵੇਂ ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀ ਪੁੱਤਰੀ
ਬੀਬੀ ਫਾਤਮਾ ਸੀਗੀ, ਉਹ ਆਪਣੇ ਪੁੱਤਰ ਹਸਨ ਹੁਸੈਨ ਦੇ ਮਰਨ ਪਿੱਛੋਂ ਬਾਹਾਂ ਖੜੀਆਂ ਕਰਕੇ ਰੋਂਦੀ ਹੋਈ ਦੁਹਾਈ ਦੇ ਰਹੀ ਸੀ, ਰੱਬਾ ਮੈਂ ਤੇਰਾ ਕੀ ਵਿਗਾੜਿਆ ਹੈ, ਕਿ ਮੈਂ ਤੇਰਾ ਕੀ ਵਿਗਾੜਿਆ, ਤੂੰ ਮੇਰੇ ਪੁੱਤਰਾਂ ਨੂੰ ਮਰਵਾ ਕੇ ਉਸ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਮਿਰਜ਼ੇ ਦੀ ਮਾਂ ਕਹਿ ਰਹੀ ਸੀ, ਹੇ ਪੁੱਤਰ ਤੂੰ ਅੱਜ ਦਾ ਦਿਨ ਨਾ ਜਾ, ਅੱਜ ਦਾ ਦਿਨ ਬਖਸ਼ ਦੇ, ਕੱਲ ਨੂੰ ਤੂੰ ਸਾਹਿਬਾ ਦੇ ਵਿਆਹੀ ਜਾਣ ਪਿੱਛੋਂ ਬੇਸ਼ੱਕ ਸਿਆਲਾਂ ਨੂੰ ਚਲਿਆ ਜਾਈਂ। ਬੂਹੇ ਟਮਕ ਵੱਜਿਆ, ਸਾਹਿਬਾ ਘੱਤੇ ਤੇਲ, ਅੰਦਰ ਬੈਠੇ ਨਾਨਕੇ, ਬੂਹੇ ਬੈਠਾ ਮੇਲ, ਥਾਲੀ ਵਟਣਾ ਰਹਿ ਗਿਆ, ਕੁੱਪੇ ਅਤਰ ਫਲੇਲ, ਗਹਿਣੇ ਸਣੇ ਪਟਾਰੀਆਂ, ਝਾਂਜਰ ਸਣੇ ਹਮੀਲ। ਉਸ ਤੋਂ ਬਾਅਦ ਜਦੋਂ ਮਿਰਜ਼ਾ ਸਾਹਿਬਾ ਦੇ ਪਿੰਡ ਪਹੁੰਚ ਜਾਂਦਾ ਹੈ ਤਾਂ ਉਸ ਸਮੇਂ ਦਾ ਮਾਹੌਲ ਬਿਆਨ ਕੀਤਾ ਹੈ। ਜਦੋਂ ਮਿਰਜ਼ਾ ਸਾਹਿਬਾ ਨੂੰ ਕੱਢ ਕੇ ਲੈ ਗਿਆ, ਉਸ ਦਿਨ ਸਾਹਿਬਾ ਦੇ ਘਰ ਉਸ ਦਾ ਵਿਆਹ ਧਰਿਆ ਹੋਇਆ ਸੀ, ਤਾਂ ਘਰ ਦੇ ਬੂਹੇ ਵਿੱਚ ਵਿਆਹ ਦਾ ਨਗਾਰਾ ਜਿਹੜਾ ਸੀ ਉਹ ਵੱਜ ਰਿਹਾ ਸੀ। ਬੂਹੇ ਟਮਕ ਵੱਜਿਆ ਭਾਵ ਨਗਾਰਾ ਵੱਜ ਰਿਹਾ ਸੀ ਤੇ ਸਾਹਿਬਾ ਦੇ ਮਾਈਆਂ ਲਾਉਣ ਦੇ ਲਈ ਤਿਆਰੀਆਂ ਹੋ ਰਹੀਆਂ ਸਨ। ਘਰ ਦੇ ਅੰਦਰ ਜਿਹੜੇ ਸੀ ਉਹ ਨਾਨਕੇ ਮੇਲ, ਦਾਦਕਿਆਂ ਦਾ, ਨਾਨਕਿਆਂ ਦਾ ਉਹ ਬੈਠਾ ਸੀ, ਜੁੜਿਆ ਬੈਠਾ ਸੀ, ਪਰੰਤੂ ਸਾਹਿਬਾ ਦੇ ਮਿਰਜ਼ੇ ਨਾਲ ਉਦਲ ਜਾਣ ਭਾਵ ਕਿ ਭੱਜ ਜਾਣ ਕਾਰਨ ਵਟਣਾ ਥਾਲੀ ਵਿੱਚ ਹੀ ਰਹਿ ਗਿਆ ਤੇ ਜਿਹੜੇ ਅਤਰ ਵਗੈਰਾ, ਜਿਹੜੇ ਖੁਸ਼ਬੂਦਾਰ ਚੀਜ਼ਾਂ ਦੀ ਜਿਹੜੀ ਅਤਰ ਸੀ ਭਾਵ ਖੁਸ਼ਬੂਦਾਰ ਚੀਜ਼ਾਂ ਦਾ ਪਰਫਿਊਮ ਵਗੈਰਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਚੀਜ਼ਾਂ ਦੇ ਕੁੱਪੇ ਭਰੇ ਹੀ ਰਹਿ ਗਏ। ਉਸ ਦੀਆਂ ਜਿਹੜੀਆਂ ਝਾਂਜਰਾਂ ਸੀਗੀਆਂ, ਹਮੇਲ, ਗਹਿਣੇ ਵਗੈਰਾ ਸੀ, ਪਟਾਰੀਆਂ ਵੀ ਉੱਥੇ ਹੀ ਰਹਿ ਗਈਆਂ ਕਿਉਂਕਿ ਉਹ ਮਿਰਜ਼ੇ ਦੇ ਨਾਲ ਭੱਜ ਗਈ। ਕੋਈ ਨਾ ਦੀਂਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ, ਕਟਕ ਪਿੜਾਦਿਆਂ ਟੱਕਰੀ ਮੇਥੋਂ ਰਾਠ ਡਰੇ, ਵਲਵਲ ਵੱਢਦਿਆਂ ਸੂਰਮੇ ਜਿਉਂ ਖੇਤੀ ਨੂੰ ਪੈਣ ਗੜੇ, ਸਿਰ ਸਿਆਲਾਂ ਦੇ ਵੱਢ ਕੇ ਸਿੱਟੂਗਾ ਵਿੱਚ ਰੜੇ। ਹੁਣ ਉਸ ਤੋਂ ਬਾਅਦ ਮਿਰਜ਼ੇ ਨੂੰ ਆਪਣੇ ਉੱਤੇ ਪੂਰਾ ਹੰਕਾਰ ਹੋ ਜਾਂਦਾ, ਪੂਰਾ ਅਭਿਮਾਨ ਹੋ ਜਾਂਦਾ ਹੈ। ਤਾਂ ਉਸ ਸਮੇਂ ਹੰਕਾਰ ਦੇ ਵਿੱਚ ਮਿਰਜ਼ਾ ਜਿਹੜਾ ਹੈ ਉਹ ਕਹਿੰਦਾ ਹੈ ਕਿ ਕੋਈ ਨਾ ਦੀਂਦਾ ਸੂਰਮਾ, ਵੀ ਮੇਰੇ ਸਾਹਮਣੇ ਕੋਈ ਵੀ ਇਹੋ ਜਿਹਾ ਸੂਰਮਾ ਬਹਾਦਰ ਨਹੀਂ ਮੇਰੇ ਸਾਹਮਣੇ ਦਿਖ ਰਿਹਾ ਜਿਹੜੀ ਮੇਰੇ ਨਾਲ ਟੱਕਰ ਲੈ ਲਵੇ, ਮੇਰੇ ਨਾਲ ਦੋ ਹੱਥ ਕਰ ਲਵੇ। ਕਟਕ ਪਿੜਾਦਿਆਂ ਟੱਕਰੀ ਮੇਥੋਂ ਰਾਠ ਡਰੇ, ਵੀ ਮੈਂ ਤਾਂ ਅਣਗਿਣਤ, ਮੈਂ ਬਹੁਤ ਸਾਰੇ ਲੋਕਾਂ ਫੌਜਾਂ ਦੇ ਨਾਲ ਟੱਕਰ ਲੈ ਸਕਦਾ ਹਾਂ ਤੇ ਉਹਨਾਂ ਦੇ ਵਿੱਚ ਭੇੜ ਮਚਾ ਸਕਦਾ ਹੈ। ਮੇਥੋਂ ਤਾਂ ਵੱਡੇ ਵੱਡੇ ਜਿਹੜੇ ਸਰਦਾਰ ਨੇ ਉਹ ਵੀ ਡਰਦੇ ਨੇ। ਮੈਂ ਸੂਰਮਿਆਂ ਨੂੰ ਘੇਰ ਘੇਰ ਕੇ ਉਸਦੇ ਸਿਰ ਉਸੇ ਤਰ੍ਹਾਂ ਵੱਢ ਵੱਢ ਕੇ ਸੁੱਟਦਾ ਹਾਂ ਕਿ ਜਿਸ ਤਰ੍ਹਾਂ ਖੇਤ ਦੇ ਵਿੱਚ ਗੜੇ ਪੈ ਰਹੇ ਹੋਣ। ਸਿਰ ਸਿਆਲਾਂ ਦੇ ਵੱਢ ਕੇ ਸਿੱਟੂਗਾ ਵਿੱਚ ਰੜੇ, ਵੀ ਮੈਂ ਜਿਹੜੇ ਸਿਆਲਾਂ ਦੇ ਜਿਹੜੇ ਲੋਕ ਆਉਣਗੇ ਤਾਂ ਮੈਂ ਉਹਨਾਂ ਦੇ ਸਿਰ ਵੱਢ ਵੱਢ ਕੇ ਮੈਦਾਨ ਦੇ ਵਿੱਚ, ਰੜੇ ਮੈਦਾਨ ਦੇ ਵਿੱਚ ਸਿੱਟ ਦੇਵਾਂਗਾ। ਮੰਦਾ ਕੀਤਾ ਸੁਣ ਸਾਹਿਬਾ ਮੇਰਾ ਤਰਕਸ਼ ਟੰਗਿਆ ਜੰਡ, 300 ਕਾਨੀ ਮਿਰਜ਼ੇ ਜਵਾਨ ਦੀ ਦਿੰਦਾ ਸਿਆਲਾਂ ਨੂੰ ਵੰਡ, ਪਹਿਲੋਂ ਮਾਰਦਾ ਵੀਰ ਸ਼ਮੀਰ ਦੇ ਦੂਜੀ ਕੁੱਲੇ ਦੀ ਤੰਗ, ਤੀਜੀ ਮਾਰਾਂ ਜੋੜ ਕੇ ਜੈਂਦੀ ਹੈ ਤੂੰ ਮੰਗ। ਸਿਰ ਤੇ ਮੁੰਡਾਸਾ ਉੱਡ ਗਿਆ ਗਲ ਵਿੱਚ ਪਈ ਝੰਡ, ਬਾਜ ਭਰਾਵਾਂ ਜੱਟ ਮਾਰਿਆ ਕੋਈ ਨਾ ਮਿਰਜ਼ੇ ਸੰਗ। ਉਸ ਤੋਂ ਬਾਅਦ ਜਦੋਂ ਸਾਹਿਬਾ ਮਿਰਜ਼ੇ ਦੇ ਜਿਹੜੇ ਤੀਰ ਨੇ, ਤੀਰਾਂ ਦਾ ਜਿਹੜਾ ਤਰਕਸ਼ ਆ ਉਹ ਚੱਕ ਦਿੰਦੀ ਹੈ ਉੱਥੋਂ, ਤਾਂ ਜਿਹੜਾ ਮਿਰਜ਼ਾ ਹੈ ਉਹ ਮਰਦਾ ਹੋਇਆ ਸਾਹਿਬਾ ਨੂੰ ਕਹਿੰਦਾ ਹੈ ਕਿ ਤੂੰ ਮੇਰਾ ਤੀਰਾਂ ਦਾ ਜਿਹੜਾ ਭੱਥਾ ਵਾ ਦਰਖਤ ਦੇ ਉੱਪਰੋਂ ਟੰਗ ਕੇ ਦਰਖਤ ਦੇ ਉੱਤੇ ਟੰਗ ਦਿੱਤਾ ਹੈ, ਮੈਥੋਂ ਤੂੰ ਪਰੇ ਕਰਕੇ ਦਰਖਤ 'ਤੇ ਟੰਗ ਦਿੱਤਾ ਹੈ, ਇਸ ਕਰਕੇ ਤੂੰ ਬਹੁਤ ਬੁਰਾ ਕੀਤਾ ਹੈ, ਮੰਦਾ ਕੀਤਾ ਹੈ। 300 ਕਾਨੀ ਮਿਰਜ਼ੇ ਜਵਾਨ ਦੀ, ਵੀ ਉਹਦੇ ਵਿੱਚ ਮੇਰੇ ਭੱਥੇ ਦੇ ਵਿੱਚ 300 ਤੀਰ ਸਨ ਜਿਨ੍ਹਾਂ ਨਾਲ ਮੈਂ ਸਿਆਲਾਂ ਦੀ ਬੋਟੀ ਬੋਟੀ ਕਰ ਦਿੰਦਾ ਭਾਵ ਕਿ ਉਹਨਾਂ ਨੂੰ ਮਾਰ ਦਿੰਦਾ। ਸਾਰੇ ਨਾਲੋਂ ਪਹਿਲਾਂ ਮੈਂ ਤੇਰੇ ਵੀਰ ਸ਼ਮੀਰ ਨੂੰ ਮਾਰਦਾ ਤੇ ਫਿਰ ਉਸ ਇੱਕ ਤੀਰ ਨਾਲ ਉਸਦੇ ਕਲਗੀ ਵਾਲੇ ਘੋੜੇ ਦੀ ਤੰਗ ਭਾਵ ਕਿ ਪੇਟੀ ਦੇ ਵਿੱਚ ਮਾਰ ਕੇ ਉਸ ਨੂੰ ਮਾਰ ਦਿੰਦਾ, ਘੋੜੀ ਨੂੰ ਵੀ ਮਾਰ ਦਿੰਦਾ। ਤੀਜਾ ਤੀਰ ਖਿੱਚ ਕੇ ਮੈਂ ਉਸ ਗੱਭਰੂ ਉਸ ਨੂੰ ਮਾਰਦਾ ਜਿਹਦੇ ਨਾਲ ਤੇਰੀ ਮੰਗਣੀ ਹੋਈ ਸੀ, ਜਿਹਦੇ ਨਾਲ ਤੂੰ ਮੰਗੀ ਹੋਈ ਸੀ। ਸਿਰ ਤੇ ਮੰਡਾਸਾ ਉੱਡ ਗਿਆ ਗਲ ਵਿੱਚ ਪੈ ਗਈ ਝੰਡ। ਪਰ ਇਹ ਸਾਰੀਆਂ ਗੱਲਾਂ ਉੱਥੇ ਦੀਆਂ ਉੱਥੇ ਹੀ ਰਹਿ ਗਈਆਂ ਕਿਉਂਕਿ ਸਾਹਿਬਾ ਨੇ ਉਸ ਨਾਲ ਧੋਖਾ ਕਰ ਦਿੱਤਾ। ਤਾਂ ਸਾਹਿਬਾ ਦੇ ਭਰਾਵਾਂ ਨੇ ਜਿਹੜਾ ਤੀਰਾਂ ਨਾਲ ਮਿਰਜ਼ੇ
ਨੂੰ ਮਾਰਿਆ ਤਾਂ ਉਸਦੇ ਸਿਰ ਉੱਤੇ ਜਿਹੜਾ ਮੰਡਾਸਾ ਜਿਹੜਾ ਸੀ ਉਹ ਲੈ ਗਿਆ ਤੇ ਉਸਦੇ ਜਿਹੜੇ ਵਾਲ ਸੀਗੇ ਉਹ ਗਲ ਦੇ ਵਿੱਚ ਪੈ ਗਏ। ਗਲ ਵਿੱਚ ਪਈ ਝੰਡ ਭਾਵ ਕਿ ਗਲ ਦੇ ਵਿੱਚ ਵਾਲ ਖੁੱਲ੍ਹ ਕੇ ਪੈ ਗਏ। ਇਸ ਤਰ੍ਹਾਂ ਮਿਰਜ਼ਾ ਆਪਣੇ ਭਰਾਵਾਂ ਦੀ ਕਮੀ ਕਾਰਨ, ਕਿਉਂਕਿ ਉਸਦੇ ਭਰਾ ਉਸਦੇ ਨਾਲ ਨਹੀਂ ਸਨ, ਇਸ ਕਰਕੇ ਭਰਾਵਾਂ ਦੀ ਕਮੀ ਦੇ ਕਾਰਨ ਜਿਹੜਾ ਮਿਰਜ਼ਾ ਸੀ ਉਹ ਉੱਥੇ ਮਰ ਗਿਆ। ਅਸਲ ਵਿੱਚ ਉੱਥੇ ਉਸਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ। ਪਿੱਲੂ ਪੁੱਛੇ ਸ਼ਾਇਰ ਨੂੰ, ਕੈਵਲ ਗਿਆ ਜਹਾਨ, ਲੱਗ ਲੱਗ ਗਈਆਂ ਮਜਲਸਾਂ, ਬਹਿ ਬਹਿ ਗਏ ਦੀਵਾਨ। ਮਿਰਜ਼ਾ ਮਾਰਿਆ ਕੁਲ ਮੌਤ ਦਾ, ਕੁਛ ਮਾਰਿਆ ਖੁਦੀ ਗੁਮਾਨ। ਵਿੱਚ ਕਬਰਾਂ ਦੇ ਖੱਪ ਗਿਆ ਮਿਰਜ਼ਾ ਸੋਹਣਾ ਜਵਾਨ। ਇਹ ਕਿੱਸਾ ਜੋੜਿਆ ਪਿੱਲੂ ਸ਼ਾਇਰ ਨੇ, ਜਿਹਨੂੰ ਜਾਣੇ ਕੁੱਲ ਜਹਾਨ। ਉਸ ਤੋਂ ਬਾਅਦ ਪਿੱਲੂ ਮਿਰਜ਼ੇ ਦੀ ਮੌਤ ਦਾ ਜ਼ਿਕਰ ਕਰਦਾ ਹੋਇਆ ਨਿਰਾਸ਼ਤਾ ਦੇ ਭਾਵ ਪ੍ਰਗਟ ਕਰਦਾ ਹੈ। ਪਿੱਲੂ ਸ਼ਾਇਰ ਲੋਕਾਂ ਨੂੰ ਪੁੱਛਦਾ ਹੈ ਕਿ ਦੁਨੀਆ ਦੇ ਸਾਥੋਂ ਪਹਿਲਾਂ ਕੋਈ ਸਾਡੇ ਨਾਲ ਲੋਕ ਕਿੱਧਰ ਤੁਰ ਗਏ, ਜਿਹੜੇ ਸਾਡੇ ਨਾਲ ਦੇ ਲੋਕ ਸੀਗੇ, ਸਾਡੇ ਇਸ ਜਹਾਨ ਦੇ ਵਿੱਚ ਲੋਕ ਆਏ ਹੋਏ ਸਨ, ਉਹ ਕਿੱਧਰ ਨੂੰ ਤੁਰ ਗਏ, ਉਹ ਕਿਤੇ ਦਿਸਦੇ ਨਹੀਂ। ਲੱਗ ਲੱਗ ਗਈਆਂ ਮਜਲਸਾਂ, ਬਹਿ ਬਹਿ ਗਏ ਦੀਵਾਨ। ਵੀ ਇਸ ਜਹਾਨ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਮਜਲਸਾਂ ਸੀ, ਸਭਾਵਾਂ ਸੀਗੀਆਂ, ਰਲ ਰਲ ਕੇ ਜਦੋਂ ਬੈਠਦੇ ਸਨ, ਮਹਿਫਲਾਂ ਜਿੱਥੇ ਲੱਗਦੀਆਂ ਸੀਗੀਆਂ ਉਹ ਕਿੱਧਰ ਨੂੰ ਚਲੀਆਂ ਗਈਆਂ। ਮਿਰਜ਼ਾ ਮਾਰਿਆ ਮਲਕੂਲ ਮੌਤ ਦਾ, ਕੁਛ ਮਾਰਿਆ ਖੁਦੀ ਗੁਮਾਨ। ਜਿਹੜਾ ਮਿਰਜ਼ਾ ਸੀਗਾ, ਇੱਕ ਤਾਂ ਉਹ ਆਪਣੇ ਹੰਕਾਰ ਦੇ ਨਾਲ ਮਾਰਿਆ ਗਿਆ, ਖੁਦੀ ਗੁਮਾਨ ਭਾਵ ਕਿ ਆਪਣੇ ਹੰਕਾਰ ਨਾਲ ਮਾਰਿਆ ਗਿਆ। ਦੂਜਾ ਉਸਨੂੰ ਮੌਤ ਦੇ ਜਿਹੜੇ ਫਰਿਸ਼ਤੇ ਸੀ, ਮਲਕੁਲ ਮੌਤ ਨੇ ਮਾਰ ਦਿੱਤਾ ਉਸਨੂੰ। ਵਿੱਚ ਕਬਰਾਂ ਦੇ ਖੱਪ ਗਿਆ ਮਿਰਜ਼ਾ ਸੋਹਣਾ ਜਵਾਨ। ਜਿਹੜਾ ਸੋਹਣਾ ਜਵਾਨ ਮਿਰਜ਼ਾ, ਸੁੰਦਰਤਾ ਵਾਲਾ ਮਿਰਜ਼ਾ, ਬਹੁਤ ਸੋਹਣਾ ਸੀ, ਉਹ ਕਬਰਾਂ ਦੇ ਵਿੱਚ ਮਰ ਗਿਆ। ਇਹ ਕਿੱਸਾ ਜੋੜਿਆ ਪਿੱਲੂ ਸ਼ਾਇਰ ਨੇ, ਜਿਹਨੂੰ ਜਾਣੇ ਕੁੱਲ ਜਹਾਨ। ਇਸ ਪ੍ਰਕਾਰ ਇਹ ਜਿਹੜਾ ਕਿੱਸਾ ਹੈ ਉਹ ਸ਼ਾਇਰ ਪਿੱਲੂ ਨੇ ਜੋੜਿਆ ਹੈ ਤੇ ਜਿਸ ਨੂੰ ਸਾਰਾ ਹੀ ਜਹਾਨ ਜਾਣਦਾ ਹੈ।